ਲਸ਼ਕਰਾਂ ਪ੍ਰੋਗਰਾਮ ਦੇ ਵਿੱਚ ਸ਼ਮੀ ਚ ਅੱਜ ਇੱਕ ਵਾਰੀ ਫਿਰ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਕਰਦਾ ਹੈ। ਪਿਆਰੇ ਦਰਸ਼ਕੋ, ਪੰਜਾਬ ਦੇ ਇਤਿਹਾਸ ਦੇ ਵਿੱਚ ਸੌਣ ਮਹੀਨੇ ਦੀ ਵੱਖਰੀ ਮਹਾਨਤਾ, ਰੱਖੜੀ ਅਤੇ ਤੀਆਂ ਵਰਗੇ ਪਰੰਪਰਾਗਤ ਤਿਉਹਾਰ ਵੀ ਇਸ ਮਹੀਨੇ ਵਿੱਚ ਹੀ ਮਨਾਏ ਜਾਂਦੇ ਨੇ। ਤੀਆਂ, ਤ੍ਰਿੰਜਣ ਤੇ ਧੀਆਂ ਧਿਆਣੀਆਂ ਦੇ ਮੇਲ ਜੋਲ, ਚਰਖੇ ਦੀ ਘੂਕ 'ਚ ਪੈਂਦੀਆਂ ਲੋਕ ਬੋਲੀਆਂ, ਹਾਸੇ ਠੱਠੇ ਗਿੱਧਿਆਂ ਦੀ ਧਮਾਲ, ਤਿਪ ਤਿਪ ਪੈਂਦੀ ਬਰਸਾਤ, ਘਰਾਂ ਵਿੱਚ ਪੱਕੇ ਮਾਲਪੂੜੇ ਤੇ ਖੀਰ ਦੇ ਸਵਾਦਿਸ਼ਟ ਨਜ਼ਾਰੇ ਦਾ ਇਤਿਹਾਸ ਵੀ ਸੌਣ ਦੀ ਬੁੱਕਲ ਵਿੱਚ ਛੁਪਿਆ ਹੋਇਆ। ਸਾਡੇ ਮਹਾਨ ਗੁਰੂਆਂ ਪੀਰਾਂ ਨੇ ਵੀ ਗੁਰਬਾਣੀ ਦੇ ਮਹਾਨ ਬੋਧਾਂ ਰਾਹੀਂ ਇਸ ਮਹੀਨੇ ਦੀ ਮਹਾਨਤਾ ਨੂੰ ਵਡਿਆਇਆ। ਬਿਨਾਂ ਸ਼ੱਕ ਸੌਣ ਮਹੀਨਾ ਸਾਡੇ ਸੱਭਿਆਚਾਰ ਦੇ ਨਾਲ 9 ਮਾਸ ਵਾਂਗ ਜੁੜਿਆ ਹੋਇਆ। ਲੋਕ ਬੋਲੀਆਂ, ਸਾਹਿਤਕ ਕਿਰਤਾਂ ਤੇ ਦੋਹਿਆਂ ਦੇ ਵਿੱਚ ਵੀ ਸੌਣ ਮਹੀਨੇ ਦੀ ਵਿਲੱਖਣਤਾ ਨੂੰ ਬਾਖੂਬੀ ਚਿਤਰਿਆ ਗਿਆ। ਪਿੰਡਾਂ ਦੀਆਂ ਸੱਥਾਂ ਦੇ ਵਿੱਚ ਪਿੱਪਲਾਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਇੱਕ ਸੁਰ ਹੋ ਕੇ ਬਾਬਲ ਦੀ ਪਗੜੀ ਤੇ ਵੀਰਾਂ ਦੀ ਰੱਖੜੀ ਦੀ ਸੁੱਖ ਲੋੜਦੀਆਂ ਅਤੇ ਖੁਸ਼ਹਾਲ ਜੀਵਨ ਦੇ ਕਈ ਹੋਰ ਸੁਪਨੇ ਸਾਕਾਰ ਕਰਨ ਲਈ ਅਰਜ਼ੋਈਆਂ ਕਰਦੀਆਂ ਰਹਿੰਦੀਆਂ ਨੇ। ਸੌਣ ਮਹੀਨੇ ਲੌਂਗੋਵਾਲ ਦੀਆਂ ਤੀਆਂ ਲੁੱਟਣ ਵਰਗੇ ਕਈ ਵੱਡੇ ਵੱਡੇ ਇਤਿਹਾਸਕ ਤੇ ਮਿਥਿਹਾਸਕ ਘਟਨਾਕ੍ਰਮ ਵੀ ਇਤਿਹਾਸ ਦੀਆਂ ਪੱਤਰੀਆਂ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਨੇ ਅਤੇ ਨੇਕਾਂ ਜਿਉਣੇ ਮੋੜ ਭਟਕਣਾ ਦਾ ਰਸਤਾ ਤਿਆਗ ਕੇ ਰਿਸ਼ਤਿਆਂ ਦੀ ਰਵਾਇਤੀ ਪਰੰਪਰਾ ਨਿਭਾਉਣ ਲਈ ਮਜਬੂਰ ਹੁੰਦੇ ਰਹੇ ਨੇ। ਸੋ ਜਿਹੇ ਇੱਕ ਨਹੀਂ ਅਨੇਕਾਂ ਘਟਨਾਕ੍ਰਮ ਜਗ ਜ਼ਾਹਰ ਨੇ, ਪਰੰਤੂ ਪੰਜਾਬ ਦੇ ਵਿੱਚ ਵੱਡੇ ਹਿੰਸਕ ਦੌਰ ਨੇ ਸਾਡੇ ਵਿਰਾਸਤੀ ਗੀਤ ਸੰਗੀਤ ਨੂੰ ਭਾਰੀ ਸੱਟ ਮਾਰੀ ਆ। ਇਸ ਹਿੰਸਕ ਦੌਰ ਦੇ ਵਿੱਚ ਪੰਜਾਬ ਦੇ ਕਈ ਬੇਕਸੂਰ ਨੌਜਵਾਨ ਪੁੱਤਾਂ ਨੂੰ ਮੌਤ ਦੇ ਮੂੰਹ ਜਾਣਾ ਪਿਆ। ਸੋ ਇਸ ਕਾਲੇ ਦੌਰ ਨੇ ਕੋਠੇ ਤੇ ਸਪੀਕਰ ਲਾਉਣਾ, ਮੇਲਿਆਂ ਅਖਾੜਿਆਂ ਤੇ ਜੁੜਦੇ ਵੱਡੇ ਵੱਡੇ ਇਕੱਠਾਂ ਮੌਕੇ ਹੁੰਦਾ ਮਨੋਰੰਜਨ ਖੋਹ ਕੇ ਸੁਰ ਸੰਗੀਤ ਦੇ ਬਣਜਾਰਿਆਂ ਦੇ ਢਿੱਡ ਤੇ ਲੱਤ ਮਾਰ ਕੇ ਸਦਾ ਲਈ ਰੋਟੀਓਂ ਆਰੀ ਕਰ ਦਿੱਤਾ। ਸੋ ਇਸ ਨਾਲ ਸਾਡੇ ਰਵਾਇਤੀ ਗੀਤ ਸੰਗੀਤ ਨੂੰ ਭਾਰੀ ਢਾਹ ਲੱਗੀ ਆ। ਇਸ ਹਿੰਸਕ ਦੌਰ ਦੇ ਵਿੱਚ ਧੀਆਂ ਧਿਆਣੀਆਂ ਦਾ ਰਸਮੀ ਤਿਉਹਾਰ ਤੀਆਂ ਤਾਂ ਬਿਲਕੁਲ ਹੀ ਲੋਪ ਹੋ ਗਿਆ। ਅੱਜ ਭਾਵੇਂ ਪੰਜਾਬ ਦੇ ਵਿੱਚ ਮੇਲਿਆਂ ਦੀ ਰਵਾਇਤ ਮੁੜ ਸ਼ੁਰੂ ਹੋ ਗਈ ਆ, ਪਰੰਤੂ ਹੁਣ ਇਸ ਨੂੰ ਵਿਸ਼ਵੀਕਰਨ ਦੀ ਸਭਿਅਤਾ ਦੇ ਹਿੰਸਕ ਪ੍ਰਭਾਵ ਨੇ ਪੂਰੀ ਤਰ੍ਹਾਂ ਇਹਨੂੰ ਦਬਾ ਲਿਆ। ਸਾਡੀਆਂ ਵਿਰਾਸਤੀ ਕਦਰਾਂ ਕੀਮਤਾਂ ਤੇ ਰੱਖੇ ਵਿਸ਼ਵ ਪੱਧਰੀ ਪੱਥਰ ਨੇ ਪਹਾੜ ਦਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ। ਸੌਣ ਮਹੀਨੇ ਦੇ ਰੀਤ ਰਿਵਾਜ ਹੁਣ ਟੀਵੀ, ਫਿਲਮਾਂ ਅਤੇ ਡਰਾਮਾ ਜਾਂ ਸਟੇਜਾਂ ਤੱਕ ਹੀ ਸੀਮਿਤ ਰਹਿ ਗਏ ਨੇ। ਲੋਕ ਬੋਲੀਆਂ ਤੇ ਤ੍ਰਿੰਜਾਂ 'ਚ ਪੈਂਦੀਆਂ ਛਣਕਾਟਾਂ ਲਗਭਗ ਖਤਮ ਹੋ ਗਈਆਂ ਨੇ। ਜੇਕਰ ਥੋੜ੍ਹੀ ਬਹੁਤੀ ਸ਼ਬਦੀ ਹੇਰ ਫੇਰ ਹੈ ਨਾ, ਤਾਂ ਜੋ ਕਿ ਪੰਜਾਬੀ ਗਾਇਕਾਂ ਦੇ ਗੀਤਾਂ ਦੇ ਵਿੱਚ ਹੀ ਸੁਣੀ ਜਾ ਸਕਦੀ ਆ। ਸੌਣ ਪੰਜਾਬਣ ਮੁਟਿਆਰਾਂ ਦਾ ਲੋਕ ਬੋਲੀਆਂ 'ਚੋਂ ਭਾਲਿਆ ਨਹੀਂ ਥਿ ਆਉਂਦਾ। ਉਸ ਦੀ ਮਹਿਮਾ ਸਾਡੀ ਨਵੀਂ ਪੀੜ੍ਹੀ ਦੇ ਗਾਇਕਾਂ ਦੇ ਗੀਤਾਂ ਦੇ ਵਿੱਚੋਂ ਵਿਲੱਖਣ ਰੂਪ ਵਿੱਚ ਸੁਣਨ ਨੂੰ ਮਿਲਦੀ ਆ। ਸੌਣ ਤਿਉਹਾਰਾਂ ਦਾ ਮਹੀਨਾ, ਜਿਸ ਨੂੰ ਪੰਜਾਬੀ ਦੇ ਕਈ ਨਵੇਂ ਗਾਇਕਾਂ ਨੇ ਆਪਣੇ ਰੂਪ ਦੇ ਵਿੱਚ ਪੇਸ਼ ਕਰਕੇ ਪੰਜਾਬਣ ਮੁਟਿਆਰ ਦੇ ਜੀਵਨ ਦਾ ਵੱਖਰਾ ਬਿੰਬ ਸਿਰਜ ਦਿੱਤਾ। ਆਓ ਸੌਣ ਮਹੀਨੇ ਤੇ ਗਾਏ ਪੰਜਾਬੀ ਗੀਤਾਂ ਦਾ ਮੁਲਾਂਕਣ ਕਰੀਏ। ਕਾਲੇ ਦੌਰ ਦੇ ਵਿੱਚ ਸੱਭਿਆਚਾਰਕ ਗੀਤਾਂ ਦੀ ਖੁਸ਼ਬੂ ਬਣਨ ਵਾਲੇ ਉੱਚੇ ਅਤੇ ਸੁਰੀਲੇ ਗਾਇਕ ਨਛੱਤਰ ਛੱਤੇ ਦੁਆਰਾ ਗਾਏ ਗੀਤ ਰੁੱਤ ਪਿਆਰ ਦੀ ਦੇ ਗੀਤ ਦੀ ਪੰਜਾਬੀ ਗੀਤ ਸੰਗੀਤ ਦੇ ਵਿੱਚ ਦਹਾਕਿਆਂ ਮਗਰੋਂ ਵੀ ਨਿਵੇਕਲੀ ਪਹਿਚਾਣ ਸਥਾਪਿਤ ਅੱਜ ਵੀ। ਇਸ ਗੀਤ ਦੀ ਪ੍ਰਸਿੱਧਤਾ ਤੋਂ ਪ੍ਰਭਾਵਿਤ ਕਈ ਗਾਇਕਾਂ ਨੇ ਆਪਣੇ ਗੀਤਾਂ ਵਿੱਚ ਸੌਣ ਦਾ ਜ਼ਿਕਰ ਛੇੜ ਕੇ ਪੰਜਾਬੀ ਗੀਤ ਸੰਗੀਤ ਦੀ ਸੁੱਖ ਦੀ ਕਿਆਰੀ ਨੂੰ ਹਰਾ ਭਰਾ ਕਰ ਲਿਆ। ਬਿਨਾਂ ਸ਼ੱਕ ਸੌਣ ਤੇ ਲਿਖੇ ਗੀਤਾਂ ਨੂੰ ਲੋਹੜੇ ਦਾ ਮਾਣ ਮਿਲਿਆ। ਨਵੀਂ ਪੀੜ੍ਹੀ ਦਾ ਗਵਈਆ ਵਿੱਚੋਂ ਇਹ ਪਿਰਤ ਸੁਰੀਲੇ ਤੇ ਹੋਣਹਾਰ ਗਾਇਕ ਮਨਮੋਹਨ ਵਾਰਸ ਨੇ ਅੱਗੇ ਤੋਰੀ। ਵਾਰਸ ਨੇ ਢਾਡੀ ਅਮਰ ਸਿੰਘ ਸ਼ੌਂਕੀ ਦੀ ਇੱਕ ਰਚਨਾ ਨੂੰ ਆਵਾਜ਼ ਦੇ ਕੇ ਆਪਣੇ ਆਪ ਨੂੰ ਪੱਕੇ ਪੈਰੀ ਸਥਾਪਿਤ ਕਰ ਲਿਆ। ਵਾਰਸ ਸੱਚਮੁੱਚ ਹੀ ਲੋਕ ਗਾਇਕੀ ਦਾ ਵਾਰਸੋਂ ਨਿਬੜਿਆ। ਇਸ ਗੀਤ ਵਿੱਚ ਸੌਣ ਦਾ ਵਿਸ਼ੇਸ਼ ਰੂਪ ਜ਼ਿਕਰ ਕਰਦਾ ਕਿ ਸਾਵਣ ਆਇਆ ਤੀਆਂ ਆਈਆਂ, ਪਿੱਪਲਾਂ ਦੇ ਨਾਲ ਪੀਂਘਾਂ ਪਾਈਆਂ, ਇਕੱਠੀਆਂ ਹੋ ਨਣਦਾਂ ਭਰਜਾਈਆਂ, ਇੱਕ ਦੂਜੇ ਨੂੰ ਕਹਿੰਦੀ ਨੀ ਆ ਜਾ ਭਾਬੀ ਝੂਟ ਲਾ, ਪੀਂਘ ਹਲਾਰੇ ਲੈਂਦੀ। ਇਸ ਗੀਤ ਦੀ ਸਫਲਤਾ ਮਗਰੋਂ ਪਿੰਡ ਦੀ ਰੌਣਕ ਗੀਤ ਨਾਲ ਚਰਚਾ ਵਿੱਚ ਆਏ ਬਲਕਾਰ ਸਿੱਧੂ ਨੇ ਇੱਕ ਪੁਰਾਤਨ ਗੀਤ ਭਿੱਜ ਗਈਆਂ ਨਣਾਨੇ ਪੂਣੀਆਂ ਨੂੰ ਚਰਖੇ ਟਾਈਟਲ ਅਧੀਨ
ਆਪਣੀ ਕੈਸਟ ਵਿੱਚ ਪੇਸ਼ ਕੀਤਾ ਤੇ ਇਸ ਗੀਤ ਦੀ ਇੱਕ ਸਤਰ ਵਿੱਚ ਸੌਣ ਦਾ ਜ਼ਿਕਰ ਛਿੜਦਾ ਕਿ ਰੁੱਤ ਪਿਆਰ ਦੀ ਸੌਣ ਮਹੀਨਾ ਬਿਨ ਮਾਹੀ ਦੇ ਕਾਹਦਾ ਜੀਣਾ ਨਸ਼ਾ ਪਿਆਰ ਦਾ ਚੜਿਆ ਨਹੀਂ ਮੇਰਾ ਤੱਕ ਤੱਕ ਸੀਨਾ ਧੜਕੀ ਭਿੱਜ ਗਈਆਂ ਨਣਾਨੇ ਪੂਣੀਆਂ ਨਾਲੇ ਬਾਹਰੇ ਭਿੱਜ ਗਏ ਚਰਖੇ। ਸੋ ਇਸ ਗੀਤ ਦੇ ਸਫਲ ਹੋਣ ਮਗਰੋਂ ਕਈ ਗਾਇਕਾਂ ਨੇ ਸੌਣ ਮਹੀਨੇ ਦੀ ਉਪਮਾ ਕਰਦਿਆਂ ਸ਼ਬਦਾਂ ਨੂੰ ਖੂਬਸੂਰਤ ਆਵਾਜ਼ ਦੇਣ ਦਾ ਯਤਨ ਕੀਤਾ। ਕਈ ਸਾਇਰਾਨਾ ਅੰਦਾਜ਼ ਦੇ ਵਿੱਚ ਨਵੇਂ ਲਿਖਾਰੀਆਂ ਨੇ ਸੌਣ ਦੇ ਨਜ਼ਾਰੇ ਨੂੰ ਭਾਵਪੂਰਨ ਰੂਪ ਵਿੱਚ ਪੇਸ਼ ਕੀਤਾ ਕਿ ਸੌਣ ਮਹੀਨੇ ਪੈਂਦੀ ਬਰਸਾਤ ਤੇ ਸੱਜਣਾ ਨਾਲ ਮੁਲਾਕਾਤ ਨੂੰ ਕਾਲਾ ਨਿਜ਼ਾਮਪੁਰੀ ਵਰਗੇ ਲੇਖਕ ਨੇ ਕਿਵੇਂ ਰੂਪਮਾਨ ਕੀਤਾ। ਇੱਕ ਨਮੂਨਾ ਦੇਖੀਏ ਕਿ ਸੌਣ ਦਾ ਮਹੀਨਾ ਹੋਵੇ, ਪੈਂਦੀ ਬਰਸਾਤ ਹੋਵੇ, ਸੱਜਣਾ ਨੇ ਆਉਣਾ ਹੋਵੇ ਤੇ ਪਹਿਲੀ ਮੁਲਾਕਾਤ ਹੋਵੇ, ਇੱਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ। ਇਹੋ ਜਿਹਾ ਨਜ਼ਾਰਾ ਮਿੱਤਰੋ ਜ਼ਿੰਦਗੀ 'ਚ ਕਦੇ ਕਦੇ ਮਿਲਦਾ। ਸਬਰ ਕੋਟੀ ਦੁਆਰਾ ਗਾਏ ਉਪਰੋਕਤ ਗੀਤ ਦੇ ਚਰਚਾ ਖੱਟਣ ਤੋਂ ਬਾਅਦ ਕਈ ਚਰਚਿਤ ਤੇ ਉੱਭਰਦੀਆਂ ਕਲਮਾਂ ਨੇ ਵੀ ਲਿਖਤਾਂ ਰੂਪ ਸੌਣ ਵੱਲ ਉਹਨਾਂ ਨੇ ਮੋੜ ਲਿਆ। ਨੀਂਦਰਾਂ ਨਹੀਂ ਆਉਂਦੀਆਂ ਗੀਤ ਨਾਲ ਚਰਚਾ ਵਿੱਚ ਬੱਬੂ ਮਾਨ ਨੇ ਪੰਜਾਬੀ ਗੀਤਾਂ ਦੇ ਵਿੱਚ ਸੌਣ ਤੇ ਪੱਕੀ ਮੋਹਰ ਲਾ ਦਿੱਤੀ। ਮਜ਼ਾਜੀ ਇਸ਼ਕ ਦੀ ਪੈੜ ਦੱਬਦਿਆਂ ਮਾਨ ਨੇ ਦੋ ਰੂਹਾਂ ਦੇ ਮਿਲਾਪ ਨੂੰ ਇੰਜ ਪੇਸ਼ ਕੀਤਾ ਕਿ ਸੌਣ ਦੀ ਝੜੀ ਨਹੀਂ ਲੱਗੀ ਸੌਣ ਦੀ ਝੜੀ, ਮੈਂ ਵੀ ਚੜਾ ਕੋਠੇ ਤੂੰ ਵੀ ਛੱਤ ਤੇ ਚੜੀ, ਮੇਰੇ ਦਿਲ ਵਿੱਚ ਆਏ ਖਿਆਲ ਨੱਚਣੇ ਨੂੰ ਜੀ ਕਰਦਾ, ਸੌਣ ਦੀ ਝੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ। ਸੋ ਜਦੋਂ ਸੌਣ ਦੀ ਝੜੀ ਦੇ ਵਿੱਚ ਸੱਜਣਾ ਨਾਲ ਨੱਚਣ ਦੇ ਸੁਪਨੇ ਸੱਚ ਹੋ ਜਾਣ, ਦੋ ਦਿਨਾਂ ਦਾ ਬਾਸਾ ਇੱਕ ਹੋ ਜਾਵੇ, ਫਿਰ ਨਵੀਂ ਜ਼ਿੰਦਗੀ ਦੀ ਆਰੰਭਤਾ ਹੁੰਦੀ ਆ। ਮੁਹੱਬਤ ਦੀਆਂ ਪੀਂਘਾਂ ਝੂਟਦੀ ਮਟਿਆਰ ਚਾਹ ਚਾਹ ਚ ਹਾਣ ਦੇ ਮੁੰਡੇ ਨੱਚਦਾ ਬੈਠਦੀ ਆ ਤੇ ਸੌਣ ਦੇ ਛਾਟਾਂ 'ਚ ਭਿੱਜੇ ਤੇ ਨਵੀਂ ਰਿਸ਼ਤਿਆਂ ਦੀ ਤੰਦ ਗਣਦੀ ਹੋਈ ਕੀ ਆਖਦੀ ਆ। ਬਲਬੀਰ ਬੋਪਾ ਰਾਏ ਆਪਣੇ ਸ਼ਬਦਾਂ ਵਿੱਚ ਬਿਆਨ ਕਰਦੇ ਨੇ ਕਿ ਸੌਣ ਦੇ ਛਾਟਿਆਂ 'ਚ ਭਿੱਜ ਗਈ ਵੀ ਮੈਨੂੰ ਛਤਰੀ ਦੀ ਹੇਠ ਲੁਕਾ ਲੈ। ਸੌਣ ਮਹੀਨੇ ਤਿਪ ਤੇ ਪੈਂਦੀਆਂ ਕੜੀਆਂ ਵਿੱਚ ਜੇਕਰ ਕਿਸੇ ਖੁਸ਼ ਨਸੀਬ ਨੂੰ ਆਪਣੇ ਮਹਿਬੂਬ ਦੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਮਿਲ ਜਾਵੇ ਤਾਂ ਬਰਸਾਤ ਦੇ ਖੁਸ਼ਗਵਾਰ ਮੌਸਮ ਵਾਂਗ ਬੇਈਮਾਨ ਹੋਇਆ ਦਿਲ ਸੌਣ ਦੇ ਛਾਟਿਆਂ 'ਚ ਭਿੱਜੀ ਮਟਿਆਰ ਦੀ ਛਤਰੀ ਹੇਠ ਲੁਕਾਉਣ ਦੀ ਗੱਲ ਨੂੰ ਨਕਾਰਦੇ ਆ। ਮੁਹੱਬਤ ਦੇ ਜਜ਼ਬਾਤਾਂ ਦਾ ਪ੍ਰਗਟਾਵਾ ਕੁਝ ਇਸ ਤਰ੍ਹਾਂ ਕਰਦਾ ਕਿ ਸੌਣ ਦਾ ਮਹੀਨਾ ਪੈਣ ਵਾਰਸ਼ਾਂ ਦਿਲਾਂ ਨੂੰ ਦਿਲਾਂ ਦੀ ਗੱਲ ਕਹਿਣ ਦੇ, ਅੱਖੀਆਂ ਨਾਲ ਗੱਲ ਕਰ ਸੋਹਣਿਆ ਬੋਲੀਆਂ ਦੇ ਬੂਹੇ ਬੰਦ ਰਹਿਣ ਦੇ। ਸੌਣ ਮਹੀਨੇ ਛਿੜੀ ਇਸ਼ਕ ਕਹਾਣੀ ਜਦੋਂ ਪੌੜੀ ਦੇ ਅਖੀਰਲੇ ਡੰਡੇ ਤੇ ਚੜ ਜਾਂਦੀ ਹੈ ਨਾ ਤਾਂ ਠਾਠਾਂ ਮਾਰਦੀ ਜਵਾਨੀ ਤ੍ਰਿੰਜਣ 'ਚ ਪੀਂਘ ਝੂਟਣ ਵੇਲੇ ਸਰਹੱਦ ਤੇ ਦੇਸ਼ ਦੀ ਰਾਖੀ ਲਈ ਗਏ ਪ੍ਰੇਮੀ ਦੇ ਵਿਯੋਗ ਦਾ ਇਜ਼ਹਾਰ ਕਿਵੇਂ ਕਰਦੀ ਆ। ਇੱਕ ਸੋਚ ਅਨੁਸਾਰ ਕਿ ਸੌਣ ਦੀਆਂ ਰਾਤਾਂ ਹਾਏ ਵੀ ਫੌਜੀਆ ਕੱਲੀ ਤੋਂ ਲੰਘਾਈਆਂ ਨਹੀਂ ਜਾਣੀਆਂ। ਸੋ ਇਸ ਤਰ੍ਹਾਂ ਇੱਕ ਨਹੀਂ ਅਨੇਕਾਂ ਗੀਤ ਨੇ ਜਿਨ੍ਹਾਂ ਵਿੱਚ ਸੌਣ ਮਹੀਨੇ ਦਾ ਅਹਿਸਾਸ ਸਾਨੂੰ ਸੁਣਨ ਨੂੰ ਮਿਲਦਾ। ਸਾਰੇ ਗੀਤਾਂ ਦਾ ਜ਼ਿਕਰ ਕਰਨਾ ਤਾਂ ਬਹੁਤ ਸਾਡੇ ਲਈ ਕਠਿਨ ਆ। ਸਮੇਂ ਦੇ ਬਦਲਾਅ ਨਾਲ ਮਾਰਕੀਟ ਵਿੱਚ ਆਏ ਇਹਨਾਂ ਗੀਤਾਂ ਵਿੱਚ ਸੌਣ ਮਹੀਨੇ ਜੁੜਦੇ ਰਿਸ਼ਤਿਆਂ ਦੀ ਰੋਮਾਂਟਿਕਤਾ, ਭਾਵਿਕਤਾ ਤੇ ਵਿਛੋੜੇ ਦਾ ਖੁੱਲ੍ਹਮ ਖੁੱਲ੍ਹਾ ਅਹਿਸਾਸ ਸੁਣਨ ਨੂੰ ਮਿਲਿਆ। ਚਰਚਾ 'ਚ ਆਏ ਕਈ ਗੀਤਾਂ ਨੇ ਤਾਂ ਨਕਾਰਾਤਮਕ ਪ੍ਰਭਾਵ ਛੱਡਣ ਦੀ ਵੀ ਕੋਸ਼ਿਸ਼ ਕੀਤੀ ਆ। ਸੋ ਕੁਝ ਵੀ ਕਿਹਾ ਜਾਵੇ, ਤੀਆਂ ਦੇ ਪਰੰਪਰਾਗਤ ਤਿਉਹਾਰ ਦੇ ਮਗਰੋਂ ਅਲੋਪ ਹੋ ਜਾਣ ਮਗਰੋਂ ਗਾਇਕਾਂ ਦੇ ਗੀਤਾਂ ਵਿੱਚੋਂ ਹੀ ਸੌਣ ਸੁੱਕੇ ਹਰੇ ਦੀ ਚਰਚਾ ਸੁਣਨ ਨੂੰ ਮਿਲੀ ਆ। ਬਿਨਾਂ ਸ਼ੱਕ ਸੌਣ ਸਾਡੇ ਅੱਜ ਦੇ ਗਾਇਕਾਂ ਦੀ ਸੁੱਖ ਦੀ ਕਿਆਰੀ ਨੂੰ ਹਰਾ ਭਰਾ ਰੱਖਣ 'ਚ ਵੀ ਸਫਲ ਹੋਇਆ। ਅਸੀਂ ਇਸ ਖਾਸ ਐਪੀਸੋਡ ਰਾਹੀਂ ਪੰਜਾਬੀ ਭੈਣਾਂ ਭਰਾਵਾਂ ਨੂੰ ਅਪੀਲ ਕਰਨਾ ਚਾਹਾਂਗੇ ਕਿ ਪੰਜਾਬ ਦੀਆਂ ਸ਼ਾਨਾਂ ਮੱਤੀਆਂ ਰਵਾਇਤਾਂ ਨੂੰ ਜਿਉਂਦਾ ਰੱਖਣ ਲਈ ਆਪਣੇ ਤਿਉਹਾਰਾਂ ਨਾਲ ਜੁੜੇ ਰਹੋ ਹਮੇਸ਼ਾ। ਪੰਜਾਬੀ ਸਾਹਿਤ, ਸੰਗੀਤ ਤੇ ਪੰਜਾਬੀ ਸੱਭਿਆਚਾਰ ਨੂੰ ਹਮੇਸ਼ਾ ਪਿਆਰ ਕਰੋ। ਇਹ ਸੀ ਸਾਡਾ ਅੱਜ ਦਾ ਖਾਸ ਇੱਕ ਐਪੀਸੋਡ ਸੌਣ ਮਹੀਨੇ ਦੇ ਉੱਤੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਸਾਡਾ ਐਪੀਸੋਡ ਵੀ ਪਸੰਦ ਆਇਆ ਹੋਵੇਗਾ। ਅਗਰ ਤੁਹਾਡੀ ਇਸ ਸੈਗਮੈਂਟ ਸੰਬੰਧੀ ਕੋਈ ਵੀ ਫੀਡਬੈਕ ਹੋਵੇ ਤਾਂ ਸਾਨੂੰ 604 916 21 ਤੇ ਆਪਣੀ ਫੀਡਬੈਕ ਸਾਨੂੰ ਆਪਣੇ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅਗਲੇ ਹਫ਼ਤੇ ਇੱਕ ਹੋਰ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਤੁਹਾਡਾ ਸਾਡਾ ਰੱਬ ਰਾਖਾ। ਬਹੁਤ ਬਹੁਤ ਸ਼ੁਕਰੀਆ ਜੀ।